सन्मानयोग गुरु निवाजी साध संगत जीओ, आप जी सारे माई भाई सतगुरु जी दे परम पवित्र हजूरी अंदर अज बैठे हो। गुरबाणी कीर्तन आप जी श्रवण कर रहे सी। आओ हम अपनी मनोवृत्तियां गुरबाणी की विचारधारा नाल जोड़न लई मन ही मन सतगुरु जी के चरणों में अरदास करिए, तां जो साडा मन एक थां ते टिक के बैठ के गुरबाणी की विचारधारा सुन सके, समझ सके ते असीं उसनूं अपने जीवन विच अपना सकीए। अज जो आपां विचार सांझी करनी है, नौवें पातशाह श्री गुरु तेग बहादुर साहिब महाराज जी का पावन शब्द, जो शब्द नंबर 6 है, श्री गुरु ग्रंथ साहिब जी दे पावन पन्ना नंबर 220 ते दर्ज है। इस शब्द नूं आपां समझना है, कोर माई भूलियो मन समझावे। इस विचार नूं प्रारंभ करन तो पहला मैं आप जी के नाल जो श्री गुरु तेग बहादुर साहिब महाराज अते एक जोगी होया जिहदा नाम मलूक दास है, वो वैष्णु मत दा धारनी है। उन्हां दी आपस में जिहड़ी गलबात हुई है, उस गलबात तो आपां अज दी विचार प्रारंभ करते हाँ। गुरु तेग बहादुर साहिब महाराज जदों पूर्व वल गए ने ते बनारस दे नेड़े तेड़े सन किते, जिस वक्त उन्हां नूं ये साधु मलूक दास मिलिया। ये वैष्णु मत दा धारनी सी ते गुरमत अपने आप में एक आज़ाद मत है। ये जिहड़ियां पुरानियां परंपरावां वालियां मतां हन, उन्हां सबनां तो निवेकली ते वखरी मत है। जे इस तरह भी आखिए कि एक कुदरती मत है, कोई मत मतांतर नहीं है। गुरसिक्खी जिहड़ी वो साधु जदों गुरु महाराज के चरणों में आया, उन्हें वेख्या भी गुरु जी किसी प्रकार का कोई वहम भरम नहीं करते, कोई सवेरे शाम कर्म कांड नहीं करते, कोई धूप बत्ती नहीं करते, कुछ भी नहीं, सादा जिहा जीवन है ते एक रब की याद विच जुड़ना ही उस ठीक मनते हैं। उन्होंने अपना चेता आया क्योंकि वो वैष्णु है। गुरु जी नूं कहंदा, गुरु जी मैं तां लसन नहीं खांदा, मैं तां प्याज नहीं वरतदा, मैं कोई नशा नहीं करदा, मैं मास आदक चीज़ों तो बड़ा दूर रहना। इहो जे कुछ बचन उन्हें गुरु जी दे नाल सांझे कीते। गुरु जी ने आख्या, मलूक दास, ये जिन्ने तू बचन कीते ने, इन्हां सारियां बचनां दा आत्मा नाल कोई भी संबंध नहीं। आत्मा जिहड़ी है साडी, वो इन्हां सारियां चीज़ां तो निर्लेप है। किसी ने की खाधा है, उसका असर मन ते तां हुंदा है, लेकिन आत्मा ते नहीं। किसी ने किहो जे कपड़े पहने ने, कपड़े पहनिया होयां दा असर मन ते हो सकता है, आत्मा ते नहीं।
ਇਸੇ ਤਰ੍ਹਾਂ ਬਾਕੀ ਸਾਰੀਆਂ ਚੀਜ਼ਾਂ ਜੋ ਉਹਨੇ ਗਿਣੀਆਂ ਮਲੂਕ ਦਾਸ ਨੇ, ਗੁਰੂ ਜੀ ਨੇ ਆਖਿਆ ਇਹਨਾਂ ਵਿੱਚੋਂ ਇੱਕ ਵੀ ਚੀਜ਼ ਨਹੀਂ ਜਿਹੜੀ ਆਤਮਾ ਨੂੰ ਪ੍ਰਭਾਵਿਤ ਕਰਦੀ ਹੋਵੇ, ਕਿ ਜਿਹੜਾ ਸਾਡਾ ਮਤ ਹੈ, ਜਿਸ ਨੂੰ ਆਪਾਂ ਆਤਮਿਕ ਆਖਦੇ ਹਾਂ ਜਾਂ ਅਧਿਆਤਮਿਕ ਆਖਦੇ ਹਾਂ, ਉਹਦਾ ਸੰਬੰਧ ਹੀ ਆਤਮਾ ਨਾਲ, ਸਰੀਰ ਨਾਲੋਂ ਤੇ ਮਨ ਨਾਲੋਂ ਅਸੀਂ ਨਾਤਾ ਤੋੜਿਆ ਹੋਇਆ। ਭਾਵੇਂ ਰਵਾਂਗੇ ਸਰੀਰ ਵਿੱਚ, ਮਨ ਸਾਡੇ ਨਾਲ ਹੀ ਰਹੇਗਾ, ਕਿਤੇ ਸਾਨੂੰ ਛੱਡ ਕੇ ਨਹੀਂ ਜਾਏਗਾ, ਪਰ ਇਹ ਸਾਡਾ ਗੁਲਾਮ ਬਣ ਕੇ ਰਹੇਗਾ, ਅਸੀਂ ਇਸ ਦੇ ਗੁਲਾਮ ਬਣ ਕੇ ਨਹੀਂ ਰਹਾਂਗੇ। ਸੋ ਸਾਡਾ ਰਿਸ਼ਤਾ ਆਤਮਾ ਨਾਲ ਹੈ। ਜੇ ਤੂੰ ਆਤਮਾ ਨਾਲ ਜੁੜਨਾ ਚਾਹੁੰਦਾ ਹੈ ਤੇ ਗੁਰਮਤਿ ਦੀ ਸੰਗਤ ਕਰ, ਤੇਰੇ ਲਈ ਵੀ ਚੰਗਾ ਹੋਏਗਾ, ਸਾਰਿਆਂ ਲਈ ਚੰਗਾ ਹੋਏਗਾ। ਜਿੰਨਾ ਕੁ ਸਮਾਂ ਗੁਰੂ ਜੀ ਉੱਥੇ ਰਹੇ, ਉਹਨੇ ਸੰਗਤ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸੰਗਤ ਕਰਕੇ ਉਹ ਬੜਾ ਹੀ ਪ੍ਰਭਾਵਿਤ ਹੋਇਆ। ਚਰਨਾਂ ਤੇ ਢੱਠਾ ਤੇ ਆਖਣ ਲੱਗਾ, ਜਿਹੜਾ ਮਤ ਤੁਸੀਂ ਧਾਰਨ ਕੀਤਾ, ਮੈਂ ਇਹੋ ਹੀ ਮਤ ਧਾਰਨ ਕਰਨਾ ਚਾਹੁੰਦਾ। ਗੁਰੂ ਜੀ ਨੇ ਆਖਿਆ, ਬਸ ਗੱਲਾਂ ਬੜੀਆਂ ਸਿੱਧੀਆਂ ਸਿੱਧੀਆਂ ਜਿਹੀਆਂ ਨੇ, ਕੁਦਰਤੀ ਜੀਵਨ ਜਿਉਣਾ ਚਾਹੀਦਾ ਤੇ ਰੱਬ ਨੂੰ ਚੇਤੇ ਰੱਖਣਾ ਚਾਹੀਦਾ। ਉਹਨੇ ਆਖਿਆ, ਜੀ ਮੈਂ ਇਸੇ ਤਰ੍ਹਾਂ ਹੀ ਕਰਾਂਗਾ। ਗੁਰੂ ਜੀ ਤੁਰਨ ਲੱਗੇ ਤੇ ਆਖਣ ਲੱਗਾ, ਮੈਂ ਚਾਹੁੰਦਾ ਕਿ ਤੁਹਾਡੇ ਦਰਸ਼ਨ ਮੈਨੂੰ ਸਦੀਵ ਹੀ ਹੁੰਦੇ ਰਹਿਣ। ਇਸ ਤਰ੍ਹਾਂ ਦਾ ਕੋਈ ਹੀਲਾ ਹੋ ਸਕਦਾ ਹੈ? ਗੁਰੂ ਮਹਾਰਾਜ ਜੀ ਨੇ ਉਸ ਨੂੰ ਇੱਕ ਗੁਟਕਾ ਦਿੱਤਾ ਆਪਣੇ ਥੈਲੇ ਚੋਂ ਕੱਢ ਕੇ। ਆਖਣ ਲੱਗੇ, ਭਾਈ ਮਲੂਕ ਦਾਸ, ਇਹ ਗੁਰੂ ਨਾਨਕ ਸਾਹਿਬ ਦੀ ਤੇ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਇਸ ਗੁਟਕੇ ਵਿੱਚ ਦਰਜ ਹੈ। ਤੂੰ ਜਦੋਂ ਵੀ ਇਸ ਗੁਟਕੇ ਨੂੰ ਖੋਲ ਕੇ, ਇਸ ਪੋਥੀ ਨੂੰ ਖੋਲ ਕੇ ਪੜ੍ਹੇਗਾ, ਇਹਦਾ ਦਰਸ਼ਨ ਕਰੇਗਾ, ਤੈਨੂੰ ਮੇਰੇ ਹੀ ਦਰਸ਼ਨ ਹੋਣਗੇ। ਭਾਵ ਇਹ ਗੁਰੂਆਂ ਦੀ ਵਿਚਾਰਧਾਰਾ ਹੈ। ਜੇ ਤੂੰ ਗੁਰੂਆਂ ਦੀ ਵਿਚਾਰਧਾਰਾ ਨੂੰ ਸਮਝ ਲਿਆ, ਆਪਣੇ ਜੀਵਨ ਵਿੱਚ ਅਪਣਾ ਲਿਆ, ਤੇ ਮਾਨੋ ਤੂੰ ਗੁਰੂ ਦਾ ਦਰਸ਼ਨ ਹੀ ਕਰ ਰਿਹਾ। ਇਸ ਬਾਣੀ ਨੂੰ ਪੜ੍ਹਨ ਨਾਲ ਤੈਨੂੰ ਗੁਰੂ ਦੇ ਦਰਸ਼ਨ ਹੋਣਗੇ ਤੇ ਸਿਮਰਨ ਕਰਨ ਨਾਲ ਤੇਰੇ ਮਨ ਨੂੰ ਸ਼ਾਂਤੀ ਮਿਲੇਗੀ। ਇਹ ਦੋ ਬਚਨ ਗੁਰੂ ਮਹਾਰਾਜ ਨੇ ਉਸ ਨੂੰ ਆਖੇ। ਬਾਣੀ ਪੜ੍ਹਨ ਨਾਲ ਗੁਰੂ ਦਾ ਦਰਸ਼ਨ ਹੋਏਗਾ, ਸਿਮਰਨ ਕਰਨ ਨਾਲ ਆਤਮਿਕ ਸ਼ਾਂਤੀ ਪ੍ਰਾਪਤ ਹੋਏਗੀ। ਉਹਦੇ ਨਾਲ ਜਿਹੜੇ ਉਹਦੇ ਸੇਵਕ ਸਨ, ਇੱਕ ਦੋ, ਉਸ ਜੋਗੀ ਦੇ, ਉਸ ਜੋਗੀ ਨੂੰ ਪੁੱਛਦੇ ਨੇ ਕਿ ਗੁਰੂ ਜੀ ਅੱਗੇ ਕਿੱਥੇ ਜਾ ਰਹੇ ਨੇ ਹੁਣ? ਉਹਨੇ ਬੜਾ ਸੋਹਣਾ ਜਵਾਬ ਦਿੱਤਾ। ਆਖਣ ਲੱਗਾ, ਗੁਰੂ ਜੀ ਅੱਗੇ ਜਾ ਰਹੇ ਨੇ ਜਿਹੜੇ ਮੇਰੇ ਵਰਗੇ ਸਰੀਰਕ ਤਲ ਤੇ ਜਾਂ ਮਾਨਸਿਕ ਤਲ ਤੇ ਅਟਕੇ ਹੋਏ ਨੇ, ਉਹਨਾਂ ਦੀਆਂ ਅਟਕਾਂ ਦੂਰ ਕਰਨ ਜਾ ਰਹੇ ਨੇ, ਉਹਨਾਂ ਨੂੰ ਸਿੱਧੇ ਰਾਹ ਤੇ ਪਾਉਣ ਜਾ ਰਹੇ ਨੇ। ਯਾਨੀ ਅਟਕਿਆ ਹੋਇਆਂ ਨੂੰ ਅੱਗੇ ਤੋਰਨਗੇ ਤੇ ਜਿਹੜੇ ਪਹੁੰਚ ਚੁੱਕੇ ਨੇ, ਜਿਹੜੇ ਜੁੜ ਚੁੱਕੇ ਨੇ, ਉਹਨਾਂ ਨੂੰ ਤ੍ਰਿਪਤ ਕਰਨਗੇ। ਇਹ ਦੋ ਬਚਨ ਉਸ ਜੋਗੀ ਨੇ ਗੁਰੂ ਸਾਹਿਬ ਦੇ ਸੰਬੰਧ ਵਿੱਚ ਆਖੇ। ਜਿਹੜੇ ਰੁਕੇ ਹੋਏ ਨੇ ਉਹਨਾਂ ਨੂੰ ਅੱਗੇ ਚਲਾਉਣਾ ਹੈ, ਜਿਹੜੇ ਚੱਲ ਚੁੱਕੇ ਨੇ ਉਹਨਾਂ ਨੂੰ ਤ੍ਰਿਪਤ ਤੇ ਸ਼ਾਂਤ ਕਰਨਾ। ਇਹ ਗੁਰੂ ਜੀ ਦਾ ਅੱਗੇ ਜਾਣ ਦਾ ਮਕਸਦ ਹੈ। ਸੋ ਗੁਰੂ ਜੀ ਨੇ ਇਸੇ ਤਰ੍ਹਾਂ ਹੀ ਕੀਤਾ। ਸਾਨੂੰ ਸਭਨਾਂ ਨੂੰ ਜਿੱਥੇ ਜਿੱਥੇ ਆਪਾਂ ਰੁਕੇ ਹੋਏ ਹਾਂ, ਸਾਨੂੰ ਅੱਗੇ ਤੋਰਨਾ ਚਾਹੁੰਦੇ ਨੇ ਤੇ ਤੋਰਨਾ ਚਾਹੁੰਦੇ ਨੇ ਗੁਰਮਤ ਦੇ ਅਨੁਸਾਰ, ਗੁਰਬਾਣੀ ਦੇ ਅਨੁਸਾਰ। ਗੁਰਬਾਣੀ ਸਾਨੂੰ ਸਰੀਰ ਤੋਂ ਤੇ ਮਨ ਤੋਂ ਅੱਗੇ ਲਿਜਾਂਦੀ ਹੈ, ਆਤਮਾ ਨਾਲ ਸਾਡਾ ਸਿੱਧਾ ਸੰਬੰਧ ਜੋੜਦੀ ਹੈ। ਜਿਸ ਕਿਸੇ ਮਨੁੱਖ ਦਾ ਸੰਬੰਧ ਆਤਮਾ ਨਾਲ ਨਹੀਂ ਜੁੜਿਆ, ਉਹਨੇ ਅਜੇ ਜ਼ਿੰਦਗੀ 'ਚ ਕੁਝ ਵੀ ਨਹੀਂ ਕੀਤਾ। ਭਗਤ ਬੇਣੀ ਜੀ ਆਖਦੇ ਨੇ, ਬਾਣੀ ਵਿੱਚ ਬਚਨ ਦਰਜ ਹੈ,
ਆਪ ਜੀ ਕਹਿੰਦੇ ਨੇ, ਜਿਨ ਆਤਮ ਤਤ ਨਾ ਜਾਣਿਆ, ਜਿਨ ਆਤਮ ਤਤ ਨਾ ਚੀਨਿਆ, ਸਭ ਫੋਕਟ ਧਰਮ ਅਬੀਨਿਆ। ਜਿਸ ਕਿਸੇ ਮਨੁੱਖ ਨੇ ਆਤਮ ਤੱਤ ਨੂੰ ਨਹੀਂ ਪਹਿਚਾਣਿਆ ਆਪਣੇ ਅੰਦਰ, ਉਸ ਮਨੁੱਖ ਨੇ ਬਾਕੀ ਜਿੰਨੇ ਵੀ ਕਰਮ ਧਰਮ ਕੀਤੇ ਨੇ ਧਰਮ ਦੇ ਨਾਂ ਹੇਠਾਂ, ਮੈਨੂੰ ਖਿਮਾ ਕਰਨਾ, ਭਗਤ ਜੀ ਨੇ ਸ਼ਬਦ ਅਬੀਨਿਆ ਵਰਤਿਆ। ਅਬੀਨਿਆ ਸ਼ਬਦ ਅੰਨੇ ਲਈ ਵਰਤਿਆ। ਬੀਨਿਆ ਤੋਂ ਭਾਵ ਹੁੰਦਾ ਵੇਖਣ ਵਾਲਾ, ਅਬੀਨਿਆ ਤੋਂ ਭਾਵ ਹੁੰਦਾ ਜਿਹਨੂੰ ਦਿਸਦਾ ਨਹੀਂ। ਸਭ ਫੋਕਟ ਧਰਮ ਅਬੀਨਿਆ। ਜਿਸ ਬੰਦੇ ਨੇ ਆਤਮ ਤੱਤ ਨੂੰ ਆਪਣੇ ਅੰਦਰੋਂ ਨਹੀਂ ਪਹਿਚਾਣਿਆ, ਉਸ ਬੰਦੇ ਦੇ ਕੀਤੇ ਹੋਏ ਸਾਰੇ ਕਰਮ ਇਸ ਤਰ੍ਹਾਂ ਨੇ ਜਿਵੇਂ ਕਿਸੇ ਅੰਨੇ ਨੇ ਕੰਮ ਕੀਤਾ। ਅਗਿਆਨਤਾ ਵਿੱਚ ਹੀ ਅਸੀਂ ਸਾਰੀ ਜ਼ਿੰਦਗੀ ਗੁਜ਼ਾਰ ਕੇ ਚਲੇ ਜਾਂਦੇ ਹਾਂ। ਬਹੁਤ ਲੋਕ ਅਸੀਂ ਸਰੀਰਕ ਤਲ ਤੇ ਰੁਕੇ ਹੋਏ ਹਾਂ। ਆਹੋ ਜਿਹੇ ਕੱਪੜੇ ਪਾਉਣੇ ਨੇ, ਉੱਤੋਂ ਦੀ ਕਿਰਪਾਨ ਪਾਉਣੀ ਹੈ, ਥੱਲਿਓਂ ਦੀ ਪਾਉਣੀ ਹੈ, ਇਸ ਤਰ੍ਹਾਂ ਦਾ ਭੇਸ ਬਣਾ ਲੈਣਾ, ਇਸ ਤਰ੍ਹਾਂ ਜਟਾ ਵਧਾ ਲੈਣੀਆਂ ਨੇ, ਗੇਰੂਏ ਰੰਗ ਦੇ ਵਸਤਰ ਪਹਿਨ ਕੇ ਸੰਨਿਆਸ ਧਾਰਨ ਕਰ ਲੈਣਾ ਹੈ। ਇਹ ਸਾਰੀਆਂ ਚੀਜ਼ਾਂ ਸਰੀਰ ਨਾਲ ਸੰਬੰਧਿਤ ਨੇ, ਇਹਨਾਂ ਦਾ ਸੰਬੰਧ ਮਨ ਨਾਲ ਬਿਲਕੁਲ ਨਹੀਂ ਹੈ। ਸੰਸਾਰ ਦੀ ਬਹੁ ਗਿਣਤੀ ਧਾਰਮਿਕ ਲੋਕਾਂ ਦੀ ਕੇਵਲ ਸਰੀਰ ਤੱਕ ਸੀਮਿਤ ਹੈ। ਬਹੁਤ ਥੋੜੇ ਜਿਹੇ ਲੋਕ ਹੁੰਦੇ ਨੇ ਜਿਹੜੇ ਸਰੀਰਕ ਤਲ ਤੋਂ ਉੱਚੇ ਉੱਠ ਕੇ ਮਾਨਸਿਕ ਤਲ ਤੇ ਚਲੇ ਜਾਂਦੇ ਨੇ। ਉਹ ਵੇਖਦੇ ਨੇ ਮੇਰਾ ਮਨ ਕੀ ਕਹਿ ਰਿਹਾ। ਸਰੀਰ ਨੂੰ ਛੱਡੋ, ਕੀ ਖਾ ਲਿਆ, ਕੀ ਪੀ ਲਿਆ, ਕੀ ਪਹਿਨ ਲਿਆ, ਇਹਦੀ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ। ਉਹ ਵੇਖਦੇ ਨੇ ਮੇਰਾ ਮਨ ਕੀ ਕਹਿ ਰਿਹਾ। ਮਨ ਵਿੱਚ ਵਿਕਾਰ ਉੱਠ ਰਹੇ ਨੇ ਤੇ ਉਹਨਾਂ ਤੇ ਕੰਟਰੋਲ ਕਰਨਾ। ਮਨ ਵਿੱਚ ਗੁਨਾਹ ਦੀ ਬਹੁਲਤਾ ਹੈ ਤੇ ਉਹਨਾਂ ਨੂੰ ਸੰਭਾਲ ਕੇ ਰੱਖਣਾ, ਉਹਨਾਂ ਨੂੰ ਗਵਾਚਣ ਨਹੀਂ ਦੇਣਾ। ਇਸ ਤੋਂ ਅੱਗੇ ਤੀਸਰਾ ਸਟੈਪ ਹੈ ਆਤਮ ਤਲ ਦਾ। ਉੱਥੇ ਕੋਈ ਵਿਰਲਾ ਹੀ ਪਹੁੰਚਦਾ ਸੰਸਾਰ ਵਿੱਚ। ਬਹੁ ਗਿਣਤੀ ਸਰੀਰ ਤੱਕ, ਥੋੜੇ ਜਿਹੇ ਲੋਕ ਮਨ ਤੱਕ ਤੇ ਕੋਈ ਵਿਰਲਾ ਜਿਹਾ ਮਨੁੱਖ ਆਤਮ ਤੱਤ ਤੱਕ ਪਹੁੰਚਦਾ। ਸੋ ਗੁਰੂ ਸਾਹਿਬ ਸਾਨੂੰ ਆਤਮ ਤੱਤ ਤੱਕ ਪਹੁੰਚਾਉਣਾ ਚਾਹੁੰਦੇ ਨੇ ਤੇ ਉਹਦੇ ਲਈ ਅੱਜ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਸਾਡੇ ਸਾਹਮਣੇ, ਕੋ ਮਾਈ ਭੁੱਲਿਓ ਮਨ ਸਮਝਾਵੇ। ਹੇ ਮੇਰੀ ਮਾਂ, ਵੈਸੇ ਸ਼ਬਦ ਨੂੰ ਭਾਈ ਵੀ ਆਖਦੇ ਨੇ। ਸਮਾਈ ਸ਼ਬਦ ਦੇ ਨਾ 3-4 ਅਰਥ ਕੀਤੇ ਨੇ ਵਿਦਵਾਨ ਲੋਕਾਂ ਨੇ। ਮਾਈ ਦਾ ਅਰਥ ਮਾਂ ਵੀ ਹੈ, ਮਾਈ ਦਾ ਅਰਥ ਭਰਾ ਵੀ ਹੈ, ਮਾਈ ਦਾ ਅਰਥ ਮਾਇਆ ਵੀ ਹੈ। ਸੋ ਹੋਰ ਵੀ 2-3 ਦੇ ਅਰਥ ਹੁੰਦੇ ਨੇ, ਪਰ ਇਸ ਜਗ੍ਹਾ ਤੇ ਅਸੀਂ ਹੇ ਮੇਰੀ ਮਾਂ ਆਖ ਲਈਏ ਜਾਂ ਹੇ ਮੇਰੇ ਭਾਈ ਆਖ ਲਈਏ ਚੱਲੇਗਾ। ਕੋਈ ਜਨਾ, ਹੇ ਮੇਰੇ ਭਾਈ, ਕੋਈ ਜਨਾ ਮੇਰੇ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ ਕਿ ਕੇਵਲ ਮਾਨਸਿਕ ਤਲ ਤੇ ਹੀ ਜਿੰਦਾ ਰਹਿਣਾ ਕੋਈ ਆਪਣੇ ਮਕਸਦ ਨੂੰ ਪੂਰਿਆਂ ਕਰਨਾ ਨਹੀਂ ਹੈ। ਸਾਡਾ ਮਕਸਦ ਆਤਮ ਤੱਤ ਤੱਕ ਪਹੁੰਚਣਾ। ਉਧਰ ਨੂੰ ਜਾਣ ਲਈ ਕੋਈ ਜਣਾ ਮੈਨੂੰ ਸਮਝਾ ਦੇਵੇ ਕਿਵੇਂ ਜਾਈਦਾ, ਮੇਰੇ ਭੁੱਲੇ ਹੋਏ ਮਨ ਨੂੰ ਕੋਈ ਰਾਹ ਪਾ ਦੇਵੇ। ਸੋ ਪਹਿਲੀ ਗੱਲ, ਜੇ ਅਸੀਂ ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰ ਵੇਖੀਏ ਤੇ ਸਾਨੂੰ ਇਉਂ ਲੱਗਦਾ ਕਿ ਅਸੀਂ ਭੁੱਲੇ ਤਾਂ ਹੋਏ ਹੀ ਨਹੀਂ ਹੈ। ਅਸੀਂ ਤੇ ਸਾਰੇ ਸਵੇਰੇ ਠੀਕ ਟਾਈਮ ਨਾਲ ਉੱਠਦੇ ਹਾਂ, ਨਹਾ ਧੋ ਕੇ ਕੰਮ ਧੰਦਾ ਕਰਦੇ ਹਾਂ, ਮਿਹਨਤ ਧਰਮ ਲਈ ਕਰਦੇ ਹਾਂ, ਘਰ ਬੱਚਿਆਂ 'ਚ ਰਹਿੰਦੇ ਹਾਂ। ਅਸੀਂ ਕਿੱਥੇ ਭੁੱਲੇ ਹੋਏ ਹਾਂ? ਅਸੀਂ ਤਾਂ ਠੀਕ ਜੀਵਨ ਜੀ ਰਹੇ ਹਾਂ। ਆਪਾਂ ਠੀਕ ਹਾਂ, ਕੁਝ ਵੀ ਗਲਤ ਨਹੀਂ। ਲੇਕਿਨ ਗੁਰੂ ਸਾਹਿਬ ਦੀ ਨਿਗਾਹ ਵਿੱਚ ਅਸੀਂ ਇੱਥੇ ਵੀ ਭੁਲੇਖੇ ਵਿੱਚ ਹਾਂ ਕਿ ਅਸੀਂ ਠੀਕ ਹਾਂ, ਅਸੀਂ ਠੀਕ ਰਸਤੇ ਤੇ ਚੱਲ ਰਹੇ ਹਾਂ, ਸਾਡਾ ਜੀਵਨ ਬੜਾ ਚੰਗਾ ਜੀਵਨ ਹੈ। ਇੱਥੇ ਵੀ ਅਸੀਂ ਭੁੱਲ ਹੀ ਕਰ ਰਹੇ।
ਚੰਗਾ ਜੀਵਨ ਉਸ ਦਿਨ ਬਣਨਾ ਹੈ ਜਿਸ ਦਿਨ ਅਸੀਂ ਅਧਿਆਤਮ ਮਾਰਗ ਤੇ ਚੱਲ ਕੇ ਤੇ ਆਪਣੀ ਮੰਜ਼ਿਲ ਤੇ ਪਹੁੰਚ ਗਏ। ਉਸ ਤੋਂ ਪਹਿਲਾਂ ਇਹ ਜਿਹੜਾ ਜੀਵਨ ਹੈ ਚੰਗਾ ਹੀ, ਆਪਾਂ ਇਹਨੂੰ ਮਾੜਾ ਨਹੀਂ ਆਖ ਸਕਦੇ, ਲੇਕਿਨ ਇਹ ਓਨਾ ਚੰਗਾ ਨਹੀਂ ਜਿੰਨਾ ਚੰਗਾ ਸਾਨੂੰ ਗੁਰੂ ਜੀ ਬਣਾਉਣਾ ਚਾਹੁੰਦੇ ਨੇ। ਪਹਿਲੀ ਗੱਲ ਹੈ, ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਸੱਚਮੁੱਚ ਹੀ ਭੁੱਲੇ ਹੋਏ ਹਾਂ ਤੇ ਸਾਨੂੰ ਭੁੱਲਿਆ ਹੋਇਆਂ ਨੂੰ ਸਾਡੇ ਗੁਰੂ ਨੇ ਠੀਕ ਰਸਤੇ ਤੇ ਪਾਉਣਾ ਹੈ। ਜੇ ਕੋਈ ਉਦਾਹਰਨ ਲੈ ਲਈਏ ਕਿ ਜਦੋਂ ਅਸੀਂ ਕਿਸੇ ਰਸਤੇ ਤੇ ਸਫ਼ਰ ਕਰਨ ਲਈ ਤੁਰਦੇ ਹਾਂ ਤੇ ਅਸੀਂ ਜਿੱਥੋਂ ਤੱਕ ਸਾਨੂੰ ਪਤਾ ਹੁੰਦਾ ਹੈ ਰਸਤੇ ਦਾ, ਅਸੀਂ ਬੇਝਿਜਕ ਹੋ ਕੇ ਉਹਦੇ ਤੇ ਤੁਰੇ ਜਾਂਦੇ ਹਾਂ, ਅੱਗੇ ਲੰਘ ਜਾਂਦੇ ਹਾਂ ਤੇ ਇਉਂ ਮਨ ਵਿੱਚ ਇੱਕ ਸੰਸਾ ਜਿਹਾ ਪੈਦਾ ਹੁੰਦਾ ਕਿਤੇ ਮੈਂ ਭੁੱਲ ਤੇ ਨਹੀਂ ਗਿਆ ਰਾਹ। ਜਦੋਂ ਅਹਿਸਾਸ ਪੈਦਾ ਹੁੰਦਾ ਨਾ ਕਿਤੇ ਮੈਂ ਰਾਹ ਭੁੱਲ ਤੇ ਨਹੀਂ ਗਿਆ, ਉਦੋਂ ਬੰਦਾ ਹੋਰ ਵਧੇਰੇ ਧਿਆਨ ਦਿੰਦਾ ਆਪਣੇ ਰਸਤੇ ਵੱਲ। ਜਿੰਨਾ ਚਿਰ ਉਹਨੂੰ ਇਹ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਮੈਂ ਕਿਤੇ ਭੁੱਲ ਤੇ ਨਹੀਂ ਗਿਆ, ਉਨਾ ਚਿਰ ਭਾਵੇਂ ਉਹ 50 ਮੀਲ ਅੱਗੇ ਲੰਘ ਜਾਏ, ਉਹਦੇ ਮਨ 'ਚ ਇਹ ਗੱਲ ਆਉਂਦੀ ਹੀ ਨਹੀਂ ਕਿ ਮੈਂ ਭੁੱਲ ਗਿਆ ਤੇ ਮੈਂ ਆਪਣੇ ਠੀਕ ਰਸਤੇ ਤੇ ਪੈ ਜਾਵਾਂ। ਉਹ ਅੱਗੇ ਜਾ ਹੀ ਜਾਂਦਾ। ਅਸਲ ਵਿੱਚ ਅਸੀਂ ਅਧਿਆਤਮਿਕ ਮਾਰਗ ਤੇ ਸਾਰੇ ਹੀ ਇਸ ਰਸਤੇ ਤੇ ਭੁੱਲੇ ਹੋਏ ਲੋਕ ਹਾਂ। ਇਸ ਰਸਤੇ ਤੇ ਚੱਲਦਿਆਂ ਤੇ ਅੱਜ ਤੁਸੀਂ ਆਖੋਗੇ ਸਾਡੇ ਕੋਲ GPS ਹੈ, ਅਸੀਂ ਭੁੱਲਦੇ ਹੀ ਨਹੀਂ ਹਾਂ, ਉਹ ਸਾਨੂੰ ਠੀਕ ਟਿਕਾਣੇ ਤੇ ਲੈ ਕੇ ਜਾਂਦਾ ਹੈ। ਪਰ ਅਧਿਆਤਮਿਕਤਾ ਦੇ ਰਸਤੇ ਤੇ ਇਹ GPS ਕੰਮ ਨਹੀਂ ਕਰੇਗਾ। ਉੱਥੇ GPS ਕੰਮ ਕਰੇਗਾ ਗੁਰਬਾਣੀ। ਗੁਰਬਾਣੀ GPS ਦਾ ਕੰਮ ਕਰਦੀ ਹੈ ਜੇ ਅਸੀਂ ਇਹਨੂੰ ਗੌਰ ਨਾਲ ਪੜ੍ਹੀਏ। ਸਾਨੂੰ ਥਾਂ ਥਾਂ ਤੇ ਦੱਸਦੀ ਹੈ ਕਿ ਤੂੰ ਕਿੱਥੋਂ ਗਲਤ ਹੋ ਰਿਹਾ ਹੈ, ਕਿੱਥੋਂ ਤੱਕ ਤੂੰ ਠੀਕ ਚੱਲ ਰਿਹਾ ਹੈ। ਆਓ ਗੁਰਬਾਣੀ ਨੂੰ ਆਪਣਾ ਮਾਰਗਦਰਸ਼ਕ ਬਣਾਈਏ। ਇਸ ਗੁਰਬਾਣੀ ਨੇ ਸਾਡੇ ਭੁੱਲੇ ਹੋਏ ਮਨ ਨੂੰ ਸਮਝਾਉਣਾ ਹੈ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਵੱਡੇ ਭਾਗ ਨੇ ਭਾਈ ਜਿਹੜੇ ਤੁਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਬੈਠਦੇ ਜੇ। ਬਸ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਕਿ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਆਪਣੀ ਸੰਗਤ ਬਖਸ਼ੀ ਹੈ। ਇਸ ਸੰਗਤ ਵਿੱਚ ਆ ਕੇ ਹੋ ਸਕਦਾ ਅਸੀਂ ਭੁੱਲੇ ਹੋਏ, ਖੁੰਝੇ ਹੋਏ, ਕੁਰਾਹੇ ਪਏ ਹੋਏ ਅਸੀਂ ਮੁੜ ਆਪਣੇ ਠੀਕ ਰਸਤੇ ਤੇ ਆ ਜਾਈਏ। ਗੁਰੂ ਸਾਹਿਬ ਆਖਦੇ ਕੋ ਮਾਈ ਭੁੱਲਿਓ ਮਨ ਸਮਝਾਵੇ। ਮੇਰੇ ਇਸ ਭੁੱਲੇ ਭਟਕੇ ਮਨ ਨੂੰ ਕੋਈ ਸਮਝਾ ਦੇਵੇ। ਤੇ ਸਮਝਾਉਣਾ ਕਿੰਨੇ ਆ? ਸਾਡਾ ਮਨ ਸਮਝਣ ਨੂੰ ਰਾਜੀ ਹੀ ਨਹੀਂ। ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਨੇ। ਉਹਨਾਂ ਨੇ ਆਖਿਆ ਕਿ ਮਨ ਮੂਰਖ ਅਜਹੂ ਨਹਿ ਸਮਝਤ, ਸਿੱਖ ਦੈ ਹਾਰਿਓ ਨੀਤ। ਮੈਂ ਨਿਤਾ ਪ੍ਰਤੀ ਆਪਣੇ ਮਨ ਨੂੰ ਗੁਰੂਆਂ ਦੀ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ। ਇਹ ਮੂਰਖ ਮਨ ਅਜੇ ਵੀ ਨਹੀਂ ਸਮਝਦਾ। ਕੀ ਭਲਾ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਮਨ ਨਹੀਂ ਸੀ ਸਮਝਿਆ? ਮੈਨੂੰ ਲੱਗਦਾ ਉਹ ਸਮਝੇ ਹੋਏ ਲੋਕ ਸਨ। ਇਹ ਗੱਲ ਸਾਡੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਮਨ ਨੂੰ ਸੰਬੋਧਨ ਹੁੰਦਿਆਂ ਹੋਇਆ ਸਾਨੂੰ ਸਭਨਾਂ ਨੂੰ ਇਹ ਗੱਲ ਆਖੀ ਹੈ ਕਿ ਤੁਸੀਂ ਵੀ ਸਾਰੇ ਜਣੇ ਭਲਾ ਇਸ ਤਰ੍ਹਾਂ ਆਖੋਗਾ ਆਪਣੇ ਆਪਣੇ ਮਨ ਨੂੰ ਕਿ ਇਹ ਜਿਹੜਾ ਸਾਡਾ ਮੂਰਖ ਮਨ ਹੈ ਅਜੇ ਵੀ ਨਹੀਂ ਸਮਝਦਾ। ਇੰਨੇ ਸਾਲ ਹੋ ਗਏ ਨੇ ਸਾਨੂੰ ਸੰਗਤ ਕਰਦੇ ਹਾਂ, ਇੰਨੇ ਸਾਲ ਹੋ ਗਏ ਨੇ ਗੁਰਦੁਆਰਿਆਂ 'ਚ ਆਉਂਦੇ ਹਾਂ, ਇਹ ਅਜੇ ਵੀ ਨਹੀਂ ਸਿੱਧੇ ਰਸਤੇ ਤੇ ਪਿਆ। ਆਪਾਂ ਸਾਰੇ ਜਣੇ ਆਪਣੇ ਆਪਣੇ ਮਨ ਨੂੰ ਭਲਾ ਇਹ ਗੱਲ ਆਖ ਕੇ ਤਾਂ ਵੇਖੀਏ। ਮਨ ਆਖੇਗਾ ਨਹੀਂ, ਮੈਂ ਤੇ ਠੀਕ ਹਾਂ, ਮੈਂ ਤੇ ਸਮਝਿਆ ਹੋਇਆ, ਮੈਂ ਤੇ ਕਿਤੇ ਵੀ ਗਲਤ ਨਹੀਂ ਹਾਂ, ਮੈਂ ਤੇ ਆਹ ਵੀ ਨਹੀਂ ਖਾਂਦਾ, ਮੈਂ ਤੇ ਉਹ ਵੀ ਨਹੀਂ ਪੀਂਦਾ। ਇਹ ਸਾਨੂੰ ਫਿਰ ਸਰੀਰਕ ਪੱਧਰ ਤੇ ਲਿਆ ਕੇ ਖੜਾ ਕਰੇਗਾ, ਅੱਗੇ ਜਾਣ ਹੀ ਨਹੀਂ ਦੇਗਾ। ਜੇ ਮੈਂ ਇੱਕ ਹੋਰ ਗੱਲ ਕਹਿ ਦਿਆਂ ਤੇ ਚੰਗਾ ਹੀ ਰਹੇਗਾ। ਅਸੀਂ ਸਮਝ ਰਹੇ ਹਾਂ ਕਿ ਸਾਡਾ ਮਨ ਸਾਨੂੰ ਠੀਕ ਰਸਤੇ ਤੇ ਨਹੀਂ ਆਉਣ ਦਿੰਦਾ।
मैनूं इउं लगदा कि असीं हाँ ही मन, होर कुछ है ही नहीं। जदों असीं कहने ना साडा मन, असीं असल विच ठीक नहीं कह रहे। साडा मन असीं उदों कह सकदे जदों असीं आत्म तत्त नूं समझ लवांगे। जिन्ना चिर असीं आत्म तत्त नूं नहीं समझदे, उन्ना चिर असीं खुद ही मन बने हुए हाँ। असीं ही इहो जी संगत विच फसे हुए हैं। मन उन्हां पंजां दा गुलाम बनिया होया है। असीं मन की गुलामी कीती हुई है, तो सारे असीं इक्को ही थाली दे चट्टे बट्टे जिवें कहंदे हुंदे ना, उस तरह के लोग बने हुए। मन मूर्ख अजहूं नह समझत, सिख दै हारियो नीत। गुरु जी ने आख्या सी, नानक भव जल पार करै, जो गावै प्रभ के गीत। ਜਿਹੜਾ ਬੰਦਾ ਪ੍ਰਭੂ ਦੀ ਸਿਫਤ ਸਲਾਹ ਕਰਨ ਲੱਗ ਪਏ, ਪ੍ਰਭੂ ਦੀ ਵਡਿਆਈ ਕਰਨ ਲੱਗ ਪਵੇ, ਉਹ ਇਸ ਭਵਜਲ ਤੋਂ ਪਾਰ ਪੈ ਜਾਏਗਾ। ਭਵਜਲ ਕਿਹੜਾ ਜੀ? ਅਸੀਂ ਵੈਸੇ ਜਨਮ ਮਰਨ ਦੇ ਗੇੜ ਨੂੰ ਵੀ ਭਵਜਲ ਹੀ ਆਖਦੇ ਹਾਂ, ਪਰ ਤੁਸੀਂ ਕਦੀ ਸ਼ਾਂਤੀ ਨਾਲ ਬਹਿ ਕੇ ਵੇਖਣਾ, ਸਾਡੇ ਮਨ ਦੇ ਅੰਦਰ, ਇਸ ਦਿਮਾਗ ਦੇ ਅੰਦਰ ਲਗਾਤਾਰ ਕੋਈ ਨਾ ਕੋਈ ਕਸ਼ਮਕਸ਼ ਚੱਲ ਰਹੀ ਹੁੰਦੀ ਹੈ। ਇਹ ਕਿਸੇ ਵਕਤ ਸ਼ਾਂਤ ਨਹੀਂ ਹੁੰਦਾ। ਇਹ ਜਿਹੜੀ ਕਸ਼ਮਕਸ਼ ਚੱਲ ਰਹੀ ਹੈ, ਫੁਰਨਾ ਬਣ ਰਿਹਾ ਹੈ, ਢਹਿ ਰਿਹਾ ਹੈ, ਸੋਚ ਰਹੇ ਹਾਂ, ਸਮਝ ਰਹੇ ਹਾਂ, ਇਹ ਵੀ ਇੱਕ ਭਵਜਲ ਹੈ। ਇਹਦੇ ਵਿੱਚੋਂ ਪਾਰ ਹੋਣਾ ਨਿਰਵਿਚਾਰ ਹੋਣਾ ਹੈ। ਜਦੋਂ ਕੋਈ ਬੰਦਾ ਨਿਰਵਿਚਾਰ ਹੋ ਜਾਂਦਾ ਹੈ, ਉਦੋਂ ਇਸ ਮਨ ਦੇ ਭਵਜਲ ਵਿੱਚੋਂ ਅੱਗੇ ਨਿਕਲ ਜਾਂਦਾ ਹੈ। ਨਿਰਵਿਚਾਰ ਹੋਇਆ ਹੀ ਨਹੀਂ ਜਾ ਰਿਹਾ। ਉਹਦੇ ਲਈ ਸਾਨੂੰ ਪ੍ਰਭੂ ਦੇ ਗੀਤ ਗਾਉਣੇ ਹੋਣਗੇ, ਪ੍ਰਭੂ ਦੀ ਸਿਫਤ ਸਲਾਹ ਕਰਨੀ ਹੋਏਗੀ, ਉਸ ਦੀ ਵਡਿਆਈ ਕਰਨੀ ਹੋਏਗੀ। ਕੋਈ ਜਨਾ ਹੇ ਮੇਰੇ ਭਾਈ, ਮੇਰੇ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ, ਇਹ ਮੇਰਾ ਮਨ ਵੇਦ ਪੁਰਾਨ ਸਾਧ ਮਗ ਸੁਣ ਕਰ। ਵੇਦ ਪੁਰਾਨ ਪੁਰਾਣੇ ਸਮੇਂ ਦੇ ਰਿਸ਼ੀਆਂ ਮੁਨੀਆਂ ਵੱਲੋਂ ਲਿਖੇ ਗਏ ਧਾਰਮਿਕ ਗ੍ਰੰਥ ਹਨ, ਅਤੇ ਸਾਧੂ ਜਨ ਵੇਦ ਪੁਰਾਨ ਸਾਧ ਮਗ ਸੁਣ ਕਰ। ਮਗ ਦਾ ਅਰਥ ਹੁੰਦਾ ਮਾਰਗ, ਯਾਨੀ ਰਸਤਾ। ਵੇਦਾਂ ਪੁਰਾਣਾ ਯਾਨੀ ਧਾਰਮਿਕ ਗ੍ਰੰਥਾਂ ਅਤੇ ਸਾਧੂਆਂ ਮਹਾਂਪੁਰਸ਼ਾਂ ਦਾ ਦੱਸਿਆ ਹੋਇਆ ਰਸਤਾ ਸੁਣ ਕੇ ਨਿਮਖ ਨਾ ਹਰ ਗੁਣ ਗਾਵੇ। ਵੇਦਾਂ ਪੁਰਾਣਾਂ ਨੇ, ਸਾਧੂਆਂ ਮਹਾਂਪੁਰਸ਼ਾਂ ਨੇ ਸਾਨੂੰ ਕਿਹੜਾ ਰਸਤਾ ਦੱਸਿਆ? ਉਹਨਾਂ ਨੇ ਇਹੋ ਹੀ ਆਖਿਆ, ਨਾਨਕ ਭਵਜਲ ਪਾਰ ਕਰੈ, ਜੋ ਗਾਵੈ ਪ੍ਰਭ ਕੇ ਗੀਤ। ਇਹੋ ਹੀ ਰਸਤਾ ਉਹਨਾਂ ਦੱਸਿਆ ਕਿ ਰੱਬ ਦੀ ਵਡਿਆਈ ਕਰੋ, ਉਹਦੀ ਸਿਫਤ ਵਿੱਚ ਜੁੜੋ, ਉਹਦੇ ਨਾਮ ਦਾ ਸਿਮਰਨ ਕਰੋ। ਇਹੋ ਹੀ ਰਸਤਾ ਦੱਸਿਆ ਗੁਰੂ ਸਾਹਿਬਾਨ ਨੇ। ਪਰ ਇਹ ਸਾਰਾ ਕੁਝ ਸੁਣਦਾ ਹੈ ਮਨ, ਨਿਮਖ ਨਾ ਹਰ ਗੁਣ ਗਾਵੇ। ਇਹ ਸਭ ਕੁਝ ਸੁਣਨ ਤੋਂ ਬਾਅਦ ਵੀ ਇੱਕ ਨਿਮਖ ਭਰ ਜਿੰਨਾ ਸਮਾਂ, ਯਾਨੀ ਇੱਕ ਛਿਨ ਭਰ ਵੀ ਇਹ ਵਾਹਿਗੁਰੂ ਜੀ ਦੇ ਗੁਣ ਨਹੀਂ ਗਾਉਂਦਾ। ਤੁਸੀਂ ਆਖੋਗੇ ਅਸੀਂ ਤਾਂ ਸਵੇਰੇ 2 ਘੰਟੇ ਨਿਤਨੇਮ ਕਰਦੇ ਹਾਂ। ਹੁਣ ਅੱਜ ਤੋਂ ਤੁਸੀਂ ਵੇਖਣਾ, ਸ਼ਾਮੀ ਜਦੋਂ ਨਿਤਨੇਮ ਕਰੋਗੇ, ਉਦੋਂ ਵੇਖਣਾ ਕਿ ਸੱਚੀ ਮੁੱਚੀ ਤੁਸੀਂ ਕਰ ਰਹੇ ਹੋ ਕਿ ਤੁਹਾਡਾ ਮਨ ਕਿਤੇ ਹੋਰ ਥਾਂ ਪਹੁੰਚਿਆ ਹੋ। ਕੋਸ਼ਿਸ਼ ਕਰਨਾ ਇਸ ਗੱਲ ਨੂੰ ਸਮਝ ਕੇ, ਜਦੋਂ ਵੀ ਗੁਟਕਾ ਖੋਲ ਕੇ ਪਾਠ ਕਰੋ, ਰਹਿ ਰਾਸ ਪੜ੍ਹਨ ਲੱਗੋ, ਤੇ ਵੇਖਣਾ ਮਨ ਕਿੱਥੇ ਆ। ਅਸੀਂ ਬਹੁਤ ਗਿਣਤੀ ਵਿੱਚ ਹੀ ਮੈਂ ਹਾਂ। ਅਸੀਂ ਲੋਕ ਪਾਠ ਸ਼ੁਰੂ ਕਰਦੇ ਹਾਂ, ਉਦੋਂ ਸਾਨੂੰ ਪਤਾ ਹੁੰਦਾ ਕਿ ਪਾਠ ਸ਼ੁਰੂ ਕਰ ਲਿਆ, ਤੇ ਜਿੱਥੇ ਜਾ ਕੇ ਸਮਾਪਤੀ ਹੁੰਦੀ, ਉੱਥੇ ਜਾ ਕੇ ਪਤਾ ਲੱਗਦਾ ਕਿ ਪਾਠ ਪੂਰਾ ਹੋ ਗਿਆ। ਵਿੱਚ ਕੱਖ ਨਹੀਂ ਪਤਾ ਕੀ ਪੜ੍ਹਿਆ, ਕੀ ਸੁਣਿਆ, ਕੀ ਲਿਖਿਆ ਗੁਰੂ ਜੀ ਨੇ, ਵਿੱਚ ਕੁਝ ਵੀ ਨਹੀਂ ਪਤਾ ਰਹੀ। ਮੇਰੇ ਆਪਣੇ ਨਾਲੇ ਗੱਲ ਜੀ ਕਈ ਵਾਰੀ ਵਾਪਰੀ ਏ। ਜੇ ਤੇ ਗੁਟਕੇ ਤੋਂ ਪਾਠ ਕਰੀਏ ਪੋਥੀ ਫੜ ਕੇ, ਫਿਰ ਤੇ ਇਹ ਗੱਲ ਨਹੀਂ ਵਾਪਰਦੀ, ਨਹੀਂ ਤੇ ਜ਼ਿਆਦਾਤਰ ਵਾਪਰ ਜਾਂਦੀ। ਕੀ ਵਾਪਰਦੀ ਹੈ ਕਿ ਜੇ ਜਪਜੀ ਸਾਹਿਬ ਪੜ੍ਹਦੇ ਹੋਈਏ, ਜਿੱਥੇ ਸੋਦਰ ਵਾਲੀ ਪੌੜੀ ਆਉਂਦੀ ਹੈ ਨਾ, ਜਿੱਥੇ ਸੋਦਰ ਦੀ ਪੌੜੀ ਖਤਮ ਹੁੰਦੀ ਹੈ ਜਪਜੀ ਸਾਹਿਬ ਦੀ, ਉੱਥੋਂ ਅੱਗੇ ਮੁੰਦਾ ਸੰਤੋਖ ਸ਼ੁਰੂ ਹੋਣਾ ਹੁੰਦਾ, ਤੇ ਅਸੀਂ ਸ਼ੁਰੂ ਕਰ ਲੈਂਦੇ ਆਸਾ ਮਹਿਲਾ ਪਹਿਲਾ।
सुन वड्डा आखै सब कुछ। पढ़ जपजी साहब रहे हैं, जदों जुबानी पढ़ीए तो शुरू हो जाती है रह रस। ਇਹਦਾ मतलब की होया कि साडा ਉਹਦੇ ਵਿੱਚ ध्यान नहीं सी, साडा ਉਹਦੇ ਵਿੱਚ मन नहीं सी। जेकर मन हुंदा ते ਇਹ घटना कदे ना वापर। ਇਹ वापरी इसे ਲਈ कि असी बेध्याने ही पढ़ी जा रहे हैं, सानू कोई समझ नहीं आ रही। निमख ना हर गुण गावे, ਇਹਦਾ मतलब ये है कि मन कर कबू ना हर जस गायो। मन करके कदी नहीं गाया, शरीर करके तन करके असी पढ़ रहे हैं, पढ़ा रहे हैं, सुन रहे हैं, सुना रहे हैं। सो गुरु साहब ये गल आखते ने, को माई भूलिओ मन समझावे। मेरे भुले हुए मन नूं कोई जना समझा देवे भी ये बाणी नूं इस ढंग नाल पढ़ना, परमेश्वर दा सिमरन इस तरीके नाल करना है, कोई जना समझा देवे। अगे चौथे पातशाह ने लिखिया है कि जे सच्ची मुच्ची तुसी चाहुंदे हो कि साडा मन समझ जाए तो गुरु महाराज समझा रहे ने। ऐसा नहीं कि सानू कोई सिक्ख्या देन वाला नहीं, पर मैनू लगता है कि कोई मनन वाला नहीं। सिक्ख्या देन वाले बड़े ने, ना मैं आप मनन वाला ना तुसी मनन वाले, क्योंकि असी एक किता जिहा बना लिया कि मैं आके बोल के चले जाना, तुसी आके सुन के चले जाना। गुरु चौथे पातशाह आखदे ने, भूला मन समझै गुर शब्दी। ये भुलिया भटकिया साडा मन समझ सकता है। कदों समझ सकता? जदों ये गुरु के शब्द नाल जुड़ेगा। जिन्ना चिर गुरु के शब्द नाल नहीं जुड़ता, उन्ना चिर इन्हें की समझना है कि जदों शब्द नाल जुड़ता, इत्थे शब्द का अर्थ जी सिक्ख्या, गुरु की सिक्ख्या। जदों असी गुरु की सिक्ख्या नाल जुड़ते हैं, फिर हर हर सदा ध्याए, फिर ये बंदा वाहिगुरू जी के नाम नूं हर वेले ध्याउणा शुरू कर देंदा है। ते ध्याए दा मतलब हुंदा है जी ध्यान लगाउणा। असी कई बारी गलबात करते हैं, एक स्टेज जप की, एक स्टेज सिमरन की, तीजी अवस्था आउंदी है ध्यान की। हर हर सदा ध्याए, वो सदा वाहिगुरू जी उत्ते अपना ध्यान लगा के रख। वो मालक नूं कदी विसरन नहीं देंदा, वो कदी भुल्लन नहीं देंदा। इसनूं ध्याउणा आखदे ने। चाहे वो किसी ढंग नाल याद रखे, गल्लां बातां नाल, बाणी नाल, कीर्तन नाल, पाठ नाल, जिवें किवें, बस वो मालक नूं ध्यान विच रख। कपड़े पाउण लग्गियां भी मालक दा चेता आउंदा है, रोटी खाण लग्गियां मालक दा चेता आउंदा है। बस इहनूं ध्यान आखदे ने। वो साडे ध्यान विच सदा बनिया रहे। जदों सानूं गुरु के शब्द राहीं ज्ञान प्राप्त हुंदा है, सिक्ख्या मिलदी है गुरु की, उदों असीं फिर सदा ही वाहिगुरू जी का ध्यान धरना सिख लैंदे आ। नानक जिस नदर करे मेरा प्यारा, सो हर चरनी चित लाए। जिस किसी मनुख उत्ते मेरा प्यारा अकाल पुरख वाहिगुरू नदर कर देवे, मेहर कर देवे, वो वाहिगुरू जी के चरणों नाल अपने चित्त नूं जोड़ लैंदा। भाव हुण हर वक्त अपना मन परमात्मा दे नाल किसी ना किसी रूप विच जोड़ ही रखदा, उन्हें भुल्लन नहीं देंदा। सो माई भूलिओ मन समझावे, कोई जना समझा देवे। गुरु रामदास महाराज जी सानू समझा रहे ने कि भाई इस भुले हुए मन ने गुरु के शब्द द्वारा समझ जाना है, तो शब्द नाल आपां आप जुड़िए, जरूर मन समझ जाएगा। अगला वचन ने, दुर्लभ दे पाए मानस की, बिरथा जन्म सिरावै। सिरावै का मतलब हुंदा है बतीत करना, समा टपा देना, लंघा देना। ये जिहड़ा असीं मनुखा जन्म प्राप्त किया है ना जी, ये बड़ा दुर्लभ है। ते असीं इस माया मोह के जंजाल विच फस के रब जी नूं भुला के अपने जीवन का जिहड़ा समा है उसनूं व्यर्थ गुजार रहे हाँ, उसनूं व्यर्थ बतीत कर रहे हाँ। माया मोह महा संकट बन, तांस्यो रुच उपजावे। माया दा मोह महा संकट बन,
ਬਨ ਦਾ ਅਰਥ ਹੁੰਦਾ ਹੈ ਜੀ ਪਾਣੀ। ਇੱਕ ਵਣ ਹੁੰਦਾ ਜਿਹਨੂੰ ਆਪਾਂ ਜੰਗਲ ਆਖਦੇ ਹਾਂ, ਉਸਨੂੰ ਬਨ ਵੀ ਕਹਿ ਦਿੰਦੇ ਨੇ, ਲੇਕਿਨ ਇਸ ਜਗ੍ਹਾ ਤੇ ਅਰਥ ਹੈ ਪਾਣੀ, ਬਨ ਦਾ ਅਰਥ। ਗੁਰਬਾਣੀ ਵਿੱਚ ਕਈ ਥਾਈਂ ਇਹ ਬਨ ਸ਼ਬਦ ਪਾਣੀ ਲਈ ਵਰਤਿਆ ਗਿਆ ਹੈ। ਜਿਵੇਂ ਇੱਕ ਜਗ੍ਹਾ ਤੇ ਆਉਂਦਾ ਬਿਖੈ ਬਨ ਫੀਕਾ ਤਿਆਗ ਰੀ ਸਖੀਏ। ਬਿਖੈ ਬਨ ਫੀਕਾ, ਵਿਸ਼ਿਆਂ ਵਿਕਾਰਾਂ ਦਾ ਜਿਹੜਾ ਫਿੱਕਾ ਪਾਣੀ ਹੈ, ਜਿਹੜਾ ਫਿੱਕਾ ਸਵਾਦ ਹੈ, ਇਸ ਨੂੰ ਤਿਆਗ ਦੇ। ਨਾਮ ਮਹਾਰਸ ਪੀਓ। ਸੋ ਬਨ ਦੇ ਅਰਥ ਇੱਥੇ ਨੇ ਪਾਣੀ। ਮਹਾ ਸੰਕਟ ਬਨ, ਪਾਣੀ ਸਭ ਤੋਂ ਵਧੇਰੇ ਹੁੰਦਾ ਸਮੁੰਦਰ ਵਿੱਚ। ਸੋ ਇੱਥੇ ਕੀ ਅਰਥ ਹੋ ਗਿਆ ਮਹਾ ਸੰਕਟ ਬਨ ਦਾ? ਪਾਣੀ ਦਾ ਵੱਡਾ ਸਮੂਹ, ਸਾਗਰ, ਸਮੁੰਦਰ। ਤੇ ਸਾਡੇ ਲਈ ਸਮੁੰਦਰ ਕਿਹੜਾ ਹੈ? ਭਵ ਸਾਗਰ, ਜਿਹੜਾ ਜਨਮ ਮਰਨ ਦਾ ਗੇੜ ਹੈ, ਜਿਹੜਾ ਸਾਡੇ ਦਿਮਾਗ ਵਿੱਚ ਹਰ ਵਕਤ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ ਹੈ। ਇਹ ਮਹਾ ਸੰਕਟ ਬਨ ਹੈ, ਮਾਇਆ ਮੋਹ। ਇਹ ਕੀ ਹੈ ਸੰਕਟ ਬਨ? ਮਾਇਆ ਦਾ ਮੋਹ। ਬਸ ਇਹ ਮਾਇਆ ਦੇ ਮੋਹ ਨੇ ਸਾਨੂੰ ਗਰਸਿਆ ਹੋਇਆ, ਤਾਂ ਸਿਓ ਰੁਚ ਉਪਜਾਵੇ। ਇਹਦੇ ਨਾਲ ਅਸੀਂ ਰੁਚੀ ਪੈਦਾ ਕੀਤੀ ਹੋਈ, ਇਹਦੇ ਨਾਲ ਅਸੀਂ ਪਿਆਰ ਪਾਇਆ ਹੋਇਆ, ਮਾਇਆ ਦੇ ਮੋਹ ਰੂਪੀ ਸੰਕਟ ਬਨ ਦੇ ਨਾਲ। ਚਾਹੇ ਸਾਨੂੰ ਪਰਿਵਾਰ ਦਾ ਮੋਹ ਹੈ, ਚਾਹੇ ਸਾਨੂੰ ਕਾਰੋਬਾਰ ਦਾ ਮੋਹ ਹੈ, ਚਾਹੇ ਆਪਣੀ ਮਾਣ ਵਡਿਆਈ ਦਾ ਮੋਹ ਹੈ, ਚਾਹੇ ਆਪਣੇ ਕਿਸੇ ਉੱਚੇ ਰੁਤਬੇ ਦਾ ਮੋਹ ਹੈ, ਕੁਝ ਨਾ ਕੁਝ ਸਾਨੂੰ ਚੰਬੜਿਆ ਹੋਇਆ, ਅਸੀਂ ਇਸ ਤੋਂ ਆਜ਼ਾਦ ਨਹੀਂ ਹੋ ਸਕੇ। ਇਹਦੇ ਨਾਲ ਗੁਰੂ ਸਾਹਿਬ ਆਖਦੇ ਨੇ ਇਸ ਬੰਦੇ ਨੇ ਰੁਚੀ ਉਪਜਾਈ ਹੋਈ ਹੈ, ਇਹਨੂੰ ਛੱਡਣ ਦੀ ਰਾਜੀ ਵੀ ਨਹੀਂ ਹੈ। ਇਹਦੇ ਨਾਲ ਇਹ ਜਕੜੀ ਰੱਖਣਾ ਚਾਹੁੰਦਾ ਹੈ ਆਪਣੇ ਆਪ ਨੂੰ। ਅਸੀਂ ਭਗਤ ਰਵਿਦਾਸ ਜੀ ਦੀ ਵਿਚਾਰ ਸਮਝਦੇ ਹਾਂ, ਉਹ ਇਸ ਮਾਇਆ ਮੋਹ ਦੇ ਬਾਰੇ ਕੀ ਆਖਦੇ ਨੇ। ਆਪ ਜੀ ਫਰਮਾਉਂਦੇ ਨੇ ਮਾਧੋ। ਮਾਧੋ ਦਾ ਮਤਲਬ ਹੁੰਦਾ ਹੈ ਮਾਧਵ। ਮਾਧਵ ਦਾ ਮਤਲਬ ਹੁੰਦਾ ਹੈ ਮਾਇਆ ਦਾ ਪਤੀ। ਹੇ ਵਾਹਿਗੁਰੂ, ਹੇ ਮਾਇਆ ਦੇ ਪਤੀ ਪਰਮੇਸ਼ਵਰ, ਹੇ ਮਾਧਵ, ਅਵਿਦਿਆ ਹਿਤ ਕੀਨ। ਅਸੀਂ ਲੋਕਾਂ ਨੇ ਅਗਿਆਨਤਾ ਨਾਲ ਪਿਆਰ ਪਾਇਆ ਹੋਇਆ। ਇੱਕ ਵਿਦਿਆ ਹੁੰਦੀ ਹੈ ਜੀ ਗਿਆਨ, ਇੱਕ ਅਵਿਦਿਆ, ਅਗਿਆਨ। ਅਸੀਂ ਲੋਕਾਂ ਨੇ ਅਵਿਦਿਆ ਦੇ ਨਾਲ, ਅਗਿਆਨਤਾ ਦੇ ਨਾਲ ਹਿਤ ਕੀਨ, ਮੈਨੇ ਪਿਆਰ ਪਾਇਆ ਹੋਇਆ ਹੈ, ਜਿਸ ਕਰਕੇ ਕੀ ਹੋ ਗਿਆ? ਵਿਵੇਕ ਦੀਪ ਮਲੀਨ। ਸਾਡਾ ਵਿਵੇਕ ਦਾ ਦੀਵਾ, ਸਾਡੀ ਬੁੱਧੀ ਵਾਲਾ ਦੀਵਾ ਮਲੀਨ ਹੋ ਗਿਆ, ਮੈਲਾ ਹੋ ਗਿਆ। ਬਜ਼ੁਰਗ ਮਾਤਾਵਾਂ ਨੂੰ ਪਤਾ ਹੈ, ਆਪਾਂ ਘਰਾਂ ਵਿੱਚ ਨਾ ਪਹਿਲਾਂ ਲੈਂਪ ਜਗਾਉਂਦੇ ਸਾਂ ਮਿੱਟੀ ਦੇ ਤੇਲ ਵਾਲੀ, ਉਹਦੇ ਉੱਤੇ ਇੱਕ ਸ਼ੀਸ਼ਾ ਚੜਿਆ ਹੁੰਦਾ ਸੀ, ਚਿਮਨੀ ਆਪਾਂ ਆਖ ਦਿੰਦੇ ਸਾਂ। ਉਹ ਵਿੱਚ ਜਦੋਂ ਉਹ ਜੋਤ ਜਗਦੀ ਹੈ ਮਿੱਟੀ ਦੇ ਤੇਲ ਵਾਲੀ, ਉਹਦੇ ਧੂਏ ਨਾਲ ਉਹ ਸਾਰੀ ਚਿਮਨੀ ਅੰਦਰੋਂ ਕਾਲੀ ਸ਼ਾਹ ਹੋ ਜਾਂਦੀ ਹੈ। ਜਦੋਂ ਚਿਮਨੀ ਕਾਲੀ ਹੋ ਜਾਏ, ਫਿਰ ਅੰਦਰ ਜੋਤ ਜਗ ਰਹੀ ਹੈ ਬੇਸ਼ੱਕ, ਪਰ ਉਹਦਾ ਪ੍ਰਕਾਸ਼ ਬਾਹਰ ਨਹੀਂ ਨਿਕਲਦਾ। ਵਿਵੇਕ ਦੀਪ ਮਲੀਨ, ਜਿਵੇਂ ਧੂਏ ਦੇ ਨਾਲ ਉਹ ਜਿਹੜਾ ਲੈਂਪ ਦਾ ਸ਼ੀਸ਼ਾ ਸੀ ਕਾਲਾ ਹੋ ਗਿਆ, ਹੁਣ ਉਹ ਪ੍ਰਕਾਸ਼ ਬਾਹਰ ਨਹੀਂ ਨਿਕਲ ਰਿਹਾ। ਇਸੇ ਤਰ੍ਹਾਂ ਸਾਡੀ ਜਿਹੜੀ ਮੱਤ ਹੈ ਨਾ, ਸਾਡੀ ਜਿਹੜੀ ਬੁੱਧੀ ਹੈ, ਜਿਸ ਬੁੱਧੀ ਨੇ ਸਾਨੂੰ ਚੰਗੇ ਤੇ ਮਾੜੇ ਦਾ ਨਿਰਣਾ ਦੱਸਣਾ ਸੀ ਕਿ ਤੇਰੇ ਜੀਵਨ ਲਈ ਚੰਗਾਪਨ ਕੀ ਹੈ, ਤੇਰੇ ਜੀਵਨ ਲਈ ਮਾੜਾਪਨ ਕੀ ਹੈ, ਉਹਦਾ ਜਿਹੜਾ ਸ਼ੀਸ਼ਾ ਹੈ ਨਾ ਉਹ ਮੈਲਾ ਹੋ ਚੁੱਕਾ। ਤੇ ਮੈਲਾ ਕਾਹਦੇ ਨਾਲ ਹੋਇਆ? ਅਵਿਦਿਆ ਹਿਤ ਕੀ, ਅਗਿਆਨਤਾ ਨਾਲ ਪਿਆਰ ਪਾ ਲਿਆ, ਜਿਸ ਕਰਕੇ ਸਾਡਾ ਇਹ ਵਿਵੇਕ ਦਾ ਦੀਵਾ ਯਾਨੀ ਬੁੱਧੀ ਵਾਲਾ ਦੀਵਾ ਮਲੀਨ ਹੋ ਗਿਆ। ਅੱਗੇ ਆਖਦੇ ਨੇ ਤ੍ਰਿਗਦ ਜੋਨ ਅਚੇਤ। ਤ੍ਰਿਗਦ ਜੋਨ ਦਾ ਮਤਲਬ ਹੁੰਦਾ ਜਿਹੜੀਆਂ ਜੋਨੀਆਂ, ਜਿਹੜੀਆਂ ਟੇਢੇ ਜੀਵ ਚੱਲਦੇ ਨੇ ਨਾ, ਸੱਪ ਆਦਿ ਇਸ ਤਰ੍ਹਾਂ ਚੱਲਣ ਵਾਲੇ, ਉਹਨਾਂ ਨੂੰ ਤ੍ਰਿਗਦ ਜੋਨ ਆਖਦੇ ਨੇ। ਤੇ ਅਸੀਂ ਕਹਿ ਸਕਦੇ ਹਾਂ ਪਸ਼ੂ ਪੰਛੀ। ਤ੍ਰਿਗਦ ਜੋਨ ਅਚੇਤ, ਜਿਹੜੀਆਂ ਪਸ਼ੂ ਪੰਛੀਆਂ ਵਾਲੀਆਂ ਜੋਨੀਆਂ ਨੇ, ਉਹ ਤਾਂ ਅਚੇਤਤਾ ਵਿੱਚ ਨੇ, ਉਹ ਸੁਚੇਤ ਨਹੀਂ ਹਨ। ਉਹ ਤੇ ਪੈਦਾ ਹੋਏ ਨਾ ਹੋਏ,
जम गए मर गए कोई फर्क नहीं पैण वाला, क्योंकि वो अचेतता विच ने, वो जे सुचेत नहीं हुए, आत्म तत्त ते दूर है, वो जे मानसिक तल ते भी नहीं पहुंचे, जे शरीर के तल ते वो जीव रहे ने, अचेत हन। संभव पुण्य पाप असोच, ये गल संभव हो सकती है कि वो पुण्य ते पाप तो असोच रहन, उन्हां दे अंदर सोच ही ना पैदा होवे, उन्हां अंदर फुरना ही ना उठे कि चंगा की है ते माड़ा की है। हुण समझिया जे भगत रविदास सानू आखना की चाहुंदे ने, वो ये गल आखना चाहुंदे ने कि जे पशु नहीं चंगे माड़े नूं समझ रहे, ये तो सुभावक, ये तो संभव है, हो सकता है, क्योंकि वो तो अचेत जीव ने। पर जे बंदा भी ना समझे चंगा की है माड़ा की, फिर ये पशुओं तो भी गया गुजरिया होया। ये कहंदे जे रविदास जी, मैं नहीं जे कहंदा। अगे की आखते ने, मनुखा अवतार दुर्लभ। अवतार का मतलब हुंदा जी जन्म। ये जिहड़ा मनुखा जन्म है ना, ये जिहड़ा जीवन है आदमी वाला, ये दुर्लभ है, जिहड़ा आसानी नाल नहीं मिल सकता। यही संगत पोच। पोच का मतलब हुंदा है नीवी संगत। मेरी संगत पोच सोच दिन राती, मेरा कर्म कुटिलता जन्म कुभांति। पोच का मतलब है नीवी, ते नीवी पशुआं वर्गी। इहो जी साडी संगत, साडे मन दी। तिही संगत पोच, तिही का मतलब इस बंदे दी, इस बंदे दी इस तरह की नीवी संगत बनी हुई है कि इहदे अंदर उच्ची सोच पैदा ही नहीं हो रही। क्यों नहीं हो रही? क्योंकि इस माड़ी नीवी संगत का सदका इहदे अंदर अज्ञानता भर गई। अज्ञानता का सदका इहदा विवेक का दीवा मैला हो गया, हुण प्रकाश ही नहीं दे रहा। ये गल सानू भगत रविदास जी समझाउंदे ने, ते गुरु तेग बहादुर साहिब महाराज आखदे ने, दुर्लभ दे पाए मानस की बिरथा जन्म सिरावै। ये व्यर्थ जन्म किवें बिता रहा है? बस अज्ञानता दे बस। जिस दिन किसी मनुख नूं ज्ञान हो जाता है, उस दिन वो अपनी इस विवेक द्वारा चंगे ते माड़े की पहचान करके माड़ियां दा त्याग कर दिंदा है, चंगियां नूं अपना लैंदा। सो ये सी पहला बंद गुरु तेग बहादुर साहिब महाराज जी ने सानू समझाया। दूसरा बंद ते आखिरी बंद है, अंतर बाहर सदा संग प्रभ, तांस्यो नेह ना लावै। नानक मुकत ताहे तुम मानो, जेह घट राम समार। असी संसार विच काहते लई आए हैं? असी वैसे समय समय गल करते रहने हाँ कि संसार में साडे आउण दा जिहड़ा मकसद है जां मनोरथ है, वो प्रभु नाल जुड़ना है। जिन्ना चिर जीव प्रभु नाल जुड़दा नहीं, जिन्ना चिर आत्म तत्त नूं नहीं अंदरों पहचानदा, आत्म तत्त जी प्रभु ही है, दूजा होर कोई आत्म तत्त नहीं हुंदा। आत्म तत्त केवल ते केवल परमात्मा है। जिन्ना चिर उसनूं नहीं पहचानदा, उन्ना चिर मुकत नहीं हुंदा। मुकत तो भाव ये ना लेना कि मरण तो बाद जिहड़ी मुक्ति मन्नी जाती सी, उहदी गल इत्थे नहीं हो। मरण तो बाद मुक्ति होएगी नहीं होएगी पता नहीं, लेकिन असी जिउंदे जी मुकत होना। जिउंदे जी मुकत होना इन्हां विचारां जिहड़े रात दिन चलते हैं, सुत्तियां सुपने च चली जाते हैं, जागदियां ते तुहानूं सानूं सबनां नूं पता है, एक सैकंड भी ये शांत नहीं हुंदा। हर वक्त कुछ ना कुछ बोली ही जाता है। तो ये तो मुकत होना ही मुकत होना है। ये तो मुकत की होना? निर्विचार होना। निर्विचार किवें होया जा सकता है? ध्यान द्वारा, गुरु के शब्द विच ध्यान जोड़ के निर्विचार होया जा सकता। अंतर बाहर सदा संग प्रभ। जदों असी इन्हां विचारां तो मुक्त होवांगे, उदों समझ आ जाएगी कि परमात्मा आत्म तत्त मेरे अंदर भी मौजूद है ते मेरे बाहर भी मौजूद है।
ਹੁਣ ਜੇ ਤੁਸੀਂ ਸੁਭਾਵਕ ਵੇਖੋ ਸਾਡੇ ਬਾਹਰ ਕੀ ਹੈ, ਗੁਰੂ ਜੀ ਕਹਿ ਰਹੇ ਨੇ, ਵੇਖੋ ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ, ਪਰ ਗੁਰੂ ਜੀ ਆਖਦੇ ਨੇ ਵੀ ਤੁਹਾਡੇ ਅੰਦਰ ਵੀ ਤੇ ਤੁਹਾਡੇ ਬਾਹਰ ਵੀ ਪਰਮਾਤਮਾ ਰਹਿੰਦਾ। ਬਾਹਰ ਕਿੱਥੇ ਆ ਪਰਮਾਤਮਾ? ਕਿਤੇ ਦਿਸਦਾ ਹੈ ਤੁਹਾਨੂੰ? ਦਿਸਦਾ ਕਿਉਂ ਨਹੀਂ? ਉਹਨੇ ਦਿਸਣਾ ਵੀ ਨਹੀਂ, ਕਿਉਂਕਿ ਉਹ ਨਿਰਗੁਣ ਹੈ। ਅਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਰੱਬ ਜੀ ਦਿਸ ਪੈਣਗੇ। ਆ ਸਾਰਾ ਜਿੰਨਾ ਖਲਾ ਨਜ਼ਰ ਆਉਂਦਾ ਨਾ ਜੀ ਆਪਾਂ ਨੂੰ, ਇਹ ਸਾਰਾ ਪਰਮਾਤਮਾ ਨਿਰਗੁਣ ਰੂਪ ਵਿੱਚ ਸਾਡੇ ਬਾਹਰਲੇ ਪਾਸੇ, ਹੋਰ ਕੁਝ ਨਹੀਂ, ਬਸ ਇਹੋ ਹੀ ਤੇ ਹੈ ਖਾਲੀ। ਜੋ ਜਗ੍ਹਾ ਖਾਲੀ ਸਾਨੂੰ ਨਜ਼ਰ ਆ ਰਹੀ ਹੈ, ਆ ਦੀਵਾਰਾਂ ਹਟਾ ਦਈਏ ਤੇ ਇਹ ਵੀ ਖਾਲੀ ਹੋ ਜਾਣੀ ਹੈ ਤੋੜ ਤੱਕ। ਉੱਤੇ ਨੂੰ ਝਾਤੀ ਮਾਰੋ, ਤੋੜ ਤੱਕ ਖਾਲੀ ਹੋ ਜਾਣੀ ਹੈ। ਇਹ ਖਾਲੀ ਕੀ ਹੈ? ਪਰਮਾਤਮਾ ਗੁਰੂ ਜੀ ਆਖਦੇ ਨੇ ਕਣ ਕਣ ਵਿੱਚ ਸਮਾਇਆ ਹੋਇਆ ਹੈ। ਫਿਰ ਇਹ ਖਾਲੀ ਜਗ੍ਹਾ ਕੀ ਹੈ? ਇਹੋ ਹੀ ਪਰਮਾਤਮਾ ਹੈ। ਅਸੀਂ ਇਸ ਨੂੰ ਸਪੇਸ ਕਹਿ ਰਹੇ ਹਾਂ, ਇਸ ਨੂੰ ਆਕਾਸ਼ ਕਹਿ ਰਹੇ ਹਾਂ। ਇਹਦੇ ਵਿੱਚ ਹੀ ਤੇ ਆਪਾਂ ਰਹਿੰਦੇ ਹਾਂ ਤੇ ਅਸੀਂ ਪਰਮਾਤਮਾ ਦੇ ਵਿੱਚ ਰਹਿੰਦੇ। ਪਰਮਾਤਮਾ ਸਾਡੇ ਅੰਦਰ ਵੀ ਇਸੇ ਤਰ੍ਹਾਂ ਹੀ ਸਮਾਇਆ ਹੋਇਆ ਹੈ ਆਕਾਸ਼ ਰੂਪ ਵਿੱਚ, ਤੇ ਸਾਡੇ ਬਾਹਰ ਵੀ ਆਕਾਸ਼ ਰੂਪ ਵਿੱਚ ਪਰਮਾਤਮਾ ਜੀ ਬਿਰਾਜਮਾਨ। ਜਿਸ ਦਿਨ ਇਹ ਸਮਝ ਆ ਗਈ ਕਿ ਮੇਰੇ ਚਾਰ ਸ਼ਫੇਰੇ ਰੱਬ ਜੀ ਸਮਾਏ ਹੋਏ ਨੇ, ਕਿ ਮੈਂ ਕਿਸੇ ਦੀ ਚੀਜ਼ ਇਸ ਤਰ੍ਹਾਂ ਚੁੱਕ ਲਵਾਂਗਾ? ਮੈਨੂੰ ਦਿਸ ਨਹੀਂ ਰਿਹਾ ਕਿ ਤੇ ਰੱਬ ਜੀ ਦੇ ਵਿੱਚ ਪਈ ਸੀ ਤੇ ਮੈਂ ਰੱਬ ਜੀ ਦੇ ਵਿੱਚੋਂ ਚੋਰੀ ਲੱਗਾ ਕਰ, ਫਿਰ ਨਹੀਂ ਮੈਂ ਕਰ ਪਾਵਾਂ। ਫਿਰ ਤੁਸੀਂ ਦੂਰ ਬੈਠੇ ਹੋ, ਮੈਂ ਕਿਸੇ ਨੂੰ ਮੰਦਾ ਕਿਵੇਂ ਬੋਲ ਪਾਵਾਂਗਾ? ਮੈਨੂੰ ਦੱਸੇਗਾ ਨਹੀਂ ਕਿ ਉਹ ਤੇ ਰੱਬ ਜੀ ਦੇ ਵਿੱਚ ਬੈਠੇ ਨੇ। ਜਦੋਂ ਅਸੀਂ ਇਸ ਤਰ੍ਹਾਂ ਸਮਝਣ ਲੱਗ ਪਏ ਰੱਬ ਜੀ ਹਰ ਵਕਤ ਸਾਡੇ ਨਾਲ ਨੇ ਔਰ ਮੈਂ ਰੱਬ ਜੀ ਤੋਂ ਬਾਹਰ ਨਹੀਂ ਹਾਂ, ਤੇ ਫਿਰ ਸਾਡਾ ਜੀਵਨ ਤਬਦੀਲ ਹੋ ਜਾਣਾ। ਫਿਰ ਆਤਮ ਤੱਤ ਦੀ ਸੋਝੀ ਹੋਣੀ ਸ਼ੁਰੂ ਹੋ ਜਾਣੀ ਹੈ। ਸਦਾ ਸੰਗ ਪ੍ਰਭ ਤਾਂ ਸਿਓ ਨੇਹ ਨਾ ਲਾਵੇ, ਉਹਦੇ ਨਾਲ ਹੀ ਪਿਆਰ ਹੀ ਨਹੀਂ ਪਾ ਰਹੇ। ਹੁਣ ਜਦੋਂ ਤੁਸੀਂ ਤੁਰੋਗੇ ਨਾ, ਉੱਠੋਗੇ, ਤੇ ਤੁਸੀਂ ਇਸ ਤਰ੍ਹਾਂ ਧਿਆਨ 'ਚ ਬਣਾ ਕੇ ਰੱਖਣਾ ਕਿ ਮੈਂ ਤੇ ਰੱਬ ਜੀ ਦੇ ਵਿੱਚ ਹੀ ਤੁਰਿਆ ਜਾ ਰਿਹਾ। ਉਹ ਭਾਈ ਸਾਹਿਬ ਤੁਰੇ ਆਉਂਦੇ ਨੇ ਤੇ ਰੱਬ ਦੇ ਵਿੱਚ ਹੀ ਤੁਰੇ ਆਉਂਦੇ ਨੇ, ਤੇ ਵੇਖੋ ਆਨੰਦ ਬਣ ਜਾਣਾ ਜ਼ਿੰਦਗੀ ਦਾ। ਕੁਝ ਵੀ ਨਹੀਂ ਸੋਚਣ ਦੀ ਗੱਲ ਰਹਿ ਜਾਣੀ ਕਿ ਰੱਬ ਜੀ ਨੂੰ ਕਿਤੇ ਜੰਗਲ ਵਿੱਚ ਵੇਖਣ ਜਾਣਾ ਹੈ, ਕਿਸੇ ਆਸ਼ਰਮ ਤੇ ਜਾਣਾ ਹੈ, ਕਿਸੇ ਡੇਰੇ 'ਚ ਜਾਣਾ ਹੈ, ਕੁਝ ਵੀ ਨਹੀਂ ਰਹਿ ਜਾਣਾ। ਰੱਬ ਜੀ ਤੇ ਸਾਡੇ ਨਾਲ ਨੇ, ਅੰਤਰ ਬਾਹਰ ਸਦਾ ਸੰਗ ਪ੍ਰਭ। ਲੇਕਿਨ ਤਾਂ ਸਿਓ ਨੇਹ ਨਾ ਲਾ, ਇਹ ਬੰਦਾ ਉਹਦੇ ਨਾਲ ਪਿਆਰ ਹੀ ਨਹੀਂ ਪਾ ਰਿਹਾ। ਤੇ ਪਿਆਰ ਕਿਉਂ ਨਹੀਂ ਪਾ ਰਿਹਾ? ਬਸ ਅਵਿਦਿਆ ਹਿਤ ਕੀਨ, ਹੋਰ ਕੋਈ ਦੂਜੀ ਨਹੀਂ। ਨਾਨਕ ਮੁਕਤ ਤਾਹੇ ਤੁਮ ਮਾਨੋ, ਜਿਹ ਘਟ ਰਾਮ ਸਮਾਵੈ। ਇਹ ਭਾਈ ਉਸ ਇਨਸਾਨ ਨੂੰ ਤੁਸੀਂ ਮੁਕਤ ਹੋ ਗਿਆ ਮੰਨ ਲਵੋ ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਜੀ ਸਮਾ ਜਾਂਦੇ। ਸਮਾਏ ਹੋਏ ਤੇ ਭਾਈ ਪਹਿਲਾਂ ਹੀ ਨੇ। ਸਾਡੀ ਜਾਣਕਾਰੀ ਤੋਂ ਗੱਲ ਬਾਹਰ ਸੀ। ਜਿੱਦਣ ਆਪਾਂ ਇਸ ਤਰ੍ਹਾਂ ਸਮਝ ਲਿਆ ਬਸ ਗੱਲ ਬਣ ਜਾਣੀ ਹੈ। ਤੇ ਗੱਲ ਕੋਈ ਔਖੀ ਨਹੀਂ, ਜਿਹੜੀ ਗੁਰਮਤਿ ਨੇ ਸਾਨੂੰ ਸਮਝਾਈ ਹੈ ਨਾ ਜੀ, ਇਹ ਗੱਲ ਕੋਈ ਬਹੁਤੀ ਔਖੀ ਨਹੀਂ। ਆਪਾਂ ਕੋਸ਼ਿਸ਼ ਨਹੀਂ ਕਰਦੇ, ਤੇ ਕੋਸ਼ਿਸ਼ ਇਸੇ ਲਈ ਨਹੀਂ ਕਰਦੇ ਕਿ ਸਾਡਾ ਵਿਵੇਕ ਦੀਪ ਮਲੀਨ, ਇਹ ਸਾਡਾ ਵਿਵੇਕ ਵਾਲਾ ਦੀਵਾ ਜਿਹੜਾ ਹੈ ਇਹ ਮੈਲਾ ਹੋ ਗਿਆ ਵਿਕਾਰਾਂ ਦੇ ਕਾਰਨ, ਜਿਸ ਕਰਕੇ ਅਸੀਂ ਪਰਮੇਸ਼ਵਰ ਨੂੰ ਪਹਿਚਾਨ ਨਹੀਂ ਪਾ ਰਹੇ। ਆਓ ਯਤਨ ਕਰੀਏ ਜੋ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੱਜ ਦੀ ਇਸ ਸ਼ਬਦ ਦੀ ਵਿਚਾਰਧਾਰਾ ਰਾਹੀਂ ਉਹਨਾਂ ਨੇ ਸਮਝਾਇਆ ਹੈ, ਤੇ ਮੈਂ ਆਪ ਜੀ ਦੇ ਨਾਲ ਕੁਝ ਬਚਨ ਸਾਂਝੇ ਕੀਤੇ ਨੇ। ਇਹਨਾਂ ਵਿੱਚ ਹੋ ਸਕਦਾ ਕੁਝ ਮੇਰੀਆਂ ਗੱਲਾਂ ਵੀ ਹੋਣ ਤੇ ਕੁਝ ਗੁਰੂ ਮਹਾਰਾਜ ਦੇ ਬਚਨ ਵੀ ਹੋਣ। ਤੁਸੀਂ ਇਹਨਾਂ ਨੂੰ ਜਿਹੜੀਆਂ ਚੀਜ਼ਾਂ ਠੀਕ ਲੱਗਣ ਗੁਰੂ ਮਹਾਰਾਜ ਦੀਆਂ, ਉਹਨਾਂ ਨੂੰ ਜ਼ਰੂਰ ਹਿਰਦੇ 'ਚ ਵਸਾ ਲੈਣਾ। ਮੇਰੀਆਂ ਗੱਲਾਂ ਨੂੰ ਬੇਸ਼ੱਕ ਛੱਡ ਦਿਓ ਤੇ ਅਸੀਂ ਕੁਝ ਨਾ ਕੁਝ ਇੱਥੋਂ ਗੇਨ ਕਰੀਏ, ਕੁਝ ਨਾ ਕੁਝ ਪ੍ਰਾਪਤ ਕਰਕੇ ਸੰਗਤ ਵਿੱਚੋਂ ਜਾਇਆ ਕਰੀਏ। ਸੋ ਇੰਨੇ ਕੁ ਸ਼ਬਦਾਂ 'ਚ ਤੁਸੀਂ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।